गुरु रूप प्यारी साध संगत जी, आओ रसना नूं पवित्र करिए ते गज वज के बोलो जी जय गुरुदेव, धन गुरुदेव जी। साध संगत जी, इस धरती दे हर खेतर दे विच, हर कौम दे विच, हर देश दे विच महापुरुष संत संसार विच प्रगट हुंदे आए हन और हुंदे रहणगे, क्योंकि पावन श्री गुरु ग्रंथ साहिब जी दे विच श्री गुरु नानक देव जी महाराज ने फरमाया है कि नानक मेर शरीर का एक रथ रथवाओ, जुग जुग फिर वटाएं दा ज्ञानी बुझे ताओ। ये शरीर जो है राजे महाराजियां दा, पीरां पैगंबरां दा बदलदा है और ये आप नारायण कलाधार जग में परवरियो। असी परिप्रकार जानते हाँ कि सतगुरु रविदास जी महाराज दे वेले भी अनेकां महापुरुष संसार दे विच प्रगट होए। उन्हां दे विचों सतगुरु कबीर जी, सतगुरु रविदास जी दा नाम ध्रुव तारे वांग चमकदा है, क्योंकि इन्हां पैगंबरां ने सारे समाज नूं सीधे रस्ते ते पाया। लोकां दे ताने मेने भी, विरोधता भी सहन कीती। हालांकि होर भी बड़े महापुरुष नामदेव जी महाराज, पीपा जी महाराज, लेकिन इन्नी विरोधता उन्हां दी नहीं हुई, क्योंकि दरअसल समाज दा जे कोई उन्हां नूं बुरा लगदा है तो ही लगदा है जेड़ा भी उन्हां दे चुंगल चों लोकां नूं आजाद कराए, चाहे वो जीसस क्राइस्ट जी दे महाराज दा समां सी, महात्मा बुद्ध जी दा समां सी, किसी भी समय दे उत्ते। हालांकि महात्मा बुद्ध जी इतने शांति प्रिय, वो यानी एक कीड़ी नूं मारन तो भी वो भी वरजदे सन, क्योंकि प्रकृति दे नाल उन्हां दा जिथे परमात्मा दी समझ आउंदी है उत्थे प्रकृति दी भी समझ आ जाती है। और इस वास्ते और जे असी देखिए जीसस क्राइस्ट जी महाराज नूं, उन्होंने केवल ते केवल जो बुराई सी उसका विरोध किया। पैगंबरां दी लड़ाई सिर्फ अज्ञानता नाल हुंदी है, उन्हां दा झगड़ा किसी मनुख नाल, किसी संस्था नाल नहीं हुंदा। और संत जनों, ऐसे ही ध्रुव तारे एक ऐसे ही संत राजा जनक जी होए ने। आम तौर ते ये कहा जाता रहा कि घर बार दा छड्डना पैंदा है, माया दा मोह छड्डना पैंदा है, फिर जाके हरि दी प्राप्ति हुंदी है। लेकिन माया दा मोह छड्डना हुंदा है, माया छड्डण वास्ते किसी ने नहीं कहा, क्योंकि जितनियां भी बुराइयां ने वो जदों असीं किसी चीज़ नूं वाधू एक्सप्लॉइट करते हाँ, गलत वरतों करते हाँ, तद ही पैदा हुंदियां ने। और राजा जनक जी जिथे एक ऐसी महान शक्ति, एक ऐसी देवी उसके पिता जी सन,
ਸੀਤਾ ਮਾਤਾ ਜੀ ਦੇ, ਜਿਨ੍ਹਾਂ ਦੇ ਨਾਲ ਕਿਤਨਾ ਅਨਿਆਏ ਤੇ ਬਾਵਜੂਦ ਵੀ ਜੋ ਸੰਸਕਾਰ ਰਾਜਾ ਜਨਕ ਤੋਂ ਉਹਨਾਂ ਨੂੰ ਮਾਤਾ ਪਿਤਾ ਤੋਂ ਮਿਲੇ, ਸਾਧ ਸੰਗਤ ਉਹਨਾਂ ਦਾ ਉਲੇਖ ਨਹੀਂ ਕੀਤਾ ਜਾ ਸਕਦਾ। ਵਰਨਾ ਅੱਜ ਦਾ ਜ਼ਮਾਨਾ ਜਿਹੜਾ ਉਹ ਤੁਹਾਡੇ ਸਾਹਮਣੇ ਹੈ, ਕਿਸ ਤਰੀਕੇ ਨਾਲ ਡਿਵੋਰਸ ਵੀ ਹੁੰਦੇ ਨੇ, ਸ਼ਾਦੀਆਂ ਵੀ ਹੁੰਦੀਆਂ ਨੇ, ਬਹੁਤ ਸਾਰੀਆਂ ਤੇ ਇਸੇ ਲਾਲਚ ਨਾਲ ਹੋ ਰਹੀਆਂ ਨੇ ਕਿ ਕਈ ਐਸੇ ਕੇਸ ਦਾਸ ਕੋਲ ਆਏ ਨੇ ਕਿ ਚਲੋ ਇੰਗਲੈਂਡ ਲੰਘ ਜਾਓ, ਔਰ ਫਿਰ ਇਹ ਵੀ ਨਹੀਂ ਦੇਖਣਾ ਫਿਰ ਇੰਗਲੈਂਡ ਆ ਕੇ ਤੇ ਕੀ ਫਿਰ ਖੇਲ ਖੇਲਦੇ ਹਨ ਬੱਚੇ, ਉਹ ਸਾਡੇ ਸਾਹਮਣੇ ਹੈ, ਲੜਕੇ ਵੀ ਲੜਕੀਆਂ ਵੀ। ਲੇਕਿਨ ਸੀਤਾ ਮਾਤਾ ਜੀ ਨੂੰ ਜੋ ਸੰਸਕਾਰ ਮਹਾਂਪੁਰਸ਼ਾਂ ਨੇ ਦਿੱਤੇ, ਰਾਜਾ ਜਨਕ ਜੀ ਨੇ, ਉਹ ਇੱਕ ਵਿਲੱਖਣ, ਉਹ ਅੱਜ ਵੀ ਗ੍ਰਸਤ ਮਾਰਗ ਨੂੰ ਜੇ ਤੁਸੀਂ ਕਾਮਯਾਬ ਕਰਨਾ ਤਾਂ ਅੱਜ ਵੀ ਲਾਗੂ ਹੁੰਦੇ ਨੇ। ਰਾਜਾ ਜਨਕ ਬਾਰੇ ਵੇਦਾਂ ਸ਼ਾਸਤਰਾਂ ਵਿੱਚ ਭਰਿਆ ਪਿਆ ਹੈ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਭਗਤ ਵੱਡਾ ਰਾਜਾ ਜਨਕ ਹੈ, ਮਾਇਆ ਅੰਦਰ ਕਰੇ ਉਦਾਸੀ। ਇਹ ਨਹੀਂ ਰਾਜ ਭਾਗ ਸੀ, ਉਹ ਸਾਰੇ ਦੇ ਸਾਰੇ ਜੋ ਕਿਸੇ ਵੀ ਰਾਜੇ ਕੋਲ ਸੁਵਿਧਾਵਾਂ ਹੁੰਦੀਆਂ ਨੇ ਹੁੰਦੀਆਂ ਸਨ, ਲੇਕਿਨ ਮਾਇਆ ਦੇ ਵਿੱਚ ਰਹਿੰਦਿਆਂ ਉਦਾਸ ਰਹਿਣਾ ਜਿਹਦੇ ਕੋਲ ਨਹੀਂ ਹੈ ਉਹ ਤੇ ਵੱਖਰੀ ਗੱਲ, ਲੇਕਿਨ ਜਿਹਦੇ ਕੋਲ ਸੋਨੇ ਚਾਂਦੀ ਦੇ ਭੰਡਾਰ ਹੋਣ, ਜੋ ਮੁਲਕ ਦਾ ਮਾਲਕ ਹੋਵੇ ਔਰ ਫਿਰ ਉਦਾਸ ਰਵੇ। ਸਾਧ ਸੰਗਤ, ਐਸਾ ਮਹਾਤਮਾ ਔਰ ਇੰਨਾ ਸੰਸਕਾਰ ਵਾਲਾ, ਇਤਨਾ ਭਗਤ, ਲੇਕਿਨ ਜਿਹੜੀ ਅਸੀਂ ਅੱਜ ਆਪ ਜੀ ਨਾਲ ਸਾਂਝ ਪਾਣੀ ਹੈ ਉਹ ਇਸ ਲਈ ਹੈ, ਇੰਨਾ ਕੁਝ ਹੁੰਦੇ ਹੋਏ ਗੁਰੂ ਬਿਨਾਂ ਗਿਆਨ ਨਹੀਂ। ਇੰਨਾ ਭਗਤ ਸੀ ਮਾਇਆ ਦੇ ਵਿੱਚ, ਉਹ ਚੱਲਿਆ ਗਨ ਗੰਧਰਵ ਸਭਾ ਸੁਖਵਾਸੀ, ਔਰ ਉਹ ਜੀਂਦੇ ਜੀ ਜਿਸ ਨੂੰ ਕਿ ਜੀਵਨ ਮੁਕਤ ਕਹਿੰਦੇ ਨੇ, ਐਸਾ ਮਹਾਤਮਾ ਭਾਈ ਗੁਰਦਾਸ ਜੀ ਕਹਿੰਦੇ ਨੇ ਸੀਗਾ। ਜੰਪੁਰ ਗਿਆ ਪੁਕਾਰ ਸੋ, ਉਹ ਗਿਆ ਹੈ ਲੇਕਿਨ ਨਾਲ ਕਿੰਨੇ ਪਾਪੀਆਂ ਦਾ ਉਧਾਰ ਕੀਤਾ। ਐਸਾ ਉਦਾਹਰਨ ਅਸੀਂ ਦੇਖਦੇ ਹਾਂ ਮਹਾਂਪੁਰਸ਼ਾਂ ਦੇ ਹੁੰਦੇ ਹਨ। ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ, ਸਤਿਗੁਰੂ ਕਬੀਰ ਜੀ ਮਹਾਰਾਜ ਨੇ ਕਿਸ ਤਰ੍ਹਾਂ ਆ ਕੇ ਪਰਉਪਕਾਰ ਕੀਤਾ, ਜੋ ਆਪ ਮੁਕਤ ਕਰੇ ਸੰਸਾਰ, ਜਿਹੜਾ ਆਪ ਮੁਕਤ ਹੋਵੇ ਹੀ ਲੇਕਿਨ ਸੰਸਾਰ ਨੂੰ ਵੀ ਮੁਕਤ ਕਰੇ। ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਸ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ, ਮੈਂ ਸਦਾ ਨਮਸਕਾਰ ਕਰਦਾ। ਔਰ ਸੰਤ ਜਨੋ, ਰਾਜਾ ਜਨਕ ਜੀ ਇੰਨੇ ਭਗਤ ਔਰ ਇੰਨੇ ਅੱਛੇ ਰਾਜਾ, ਪ੍ਰਜਾ ਦਾ ਸੁਖ ਚਾਹੁਣ ਵਾਲੇ, ਪ੍ਰਜਾ ਨੂੰ ਦਬਾਉਣ ਵਾਲੇ ਨਹੀਂ, ਐਸੇ ਮਹਾਤਮਾ। ਲੇਕਿਨ ਸਾਰਾ ਕੁਝ ਹੁੰਦਿਆਂ, ਮੰਦਰ ਮਸਜਿਦ ਸਭ ਕੁਝ ਹੁੰਦਿਆਂ ਸੁਣਦਿਆਂ, ਧਾਰਮਿਕ ਸਥਾਨ ਹੁੰਦਿਆਂ, ਕਰਮਕਾਂਡ ਕਰਦੇ ਹੁੰਦਿਆਂ, ਲੇਕਿਨ ਫਿਰ ਵੀ ਦਿਲ ਦੇ ਕਿਸੇ ਕੋਨੇ ਦੇ ਵਿੱਚ ਖਾਲੀਪਨ ਸੀ। ਔਰ ਉਹ ਖਾਲੀਪਨ ਕੀ ਸੀ ਕਿ ਗੁਰੂ ਬਿਨਾਂ ਇਹ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ, ਬ੍ਰਹਮ ਗਿਆਨ ਨਹੀਂ ਸੀ। ਔਰ ਉਹਨਾਂ ਨੇ ਵੀ ਮਹਾਂਪੁਰਸ਼ਾਂ ਦੇ ਜੀਵਨ ਕਾਲ ਤੋਂ, ਉਹਨਾਂ ਦੇ ਜੀਵਨ ਤੋਂ ਇਹ ਪ੍ਰਾਪਤ ਕਰ ਲਿਆ ਸੀ ਕਿ ਬ੍ਰਹਮ ਦਾ ਗਿਆਨ ਪ੍ਰਾਪਤ ਕਰਨ ਵਾਸਤੇ ਸਦੀਆਂ ਨਹੀਂ ਲੱਗਦੀਆਂ, ਵਰੇ ਨਹੀਂ ਲੱਗਦੇ। ਜੇ ਗੁਰੂ ਪੂਰਾ ਹੋਵੇ ਮਹਾਰਾਜ ਰਵਿਦਾਸ ਜੀ ਵਾਂਗ, ਤੇ ਫਿਰ ਕੋਈ ਵੀ ਆਏ ਨਾ, ਉਹ ਉਸ ਦੀ ਜਾਤ ਦੇਖਦੇ ਨੇ, ਨਾ ਉਸ ਦਾ ਕਰਮ ਦੇਖਦੇ ਨੇ, ਨਾ ਉਹਦੇ ਪਾਪ ਪੁੰਨ ਦੇਖਦੇ ਨੇ, ਉਹ ਕੇਵਲ ਤੇ ਕੇਵਲ ਹਰੀ ਦੇ ਨਾਲ ਜੋੜ ਦਿੰਦੇ ਹਨ।
ਇਹ ਸੁਣ ਰੱਖਿਆ ਸੀ ਕਿ ਇੱਕ ਪਲ ਜੇ ਇੱਕ ਛਿਣ ਤੇ ਆਇਓ, ਕਾਲ ਫਾਸ ਕੇ बीच ਨਾ ਆਇਓ। ਜਿਸ ਨੇ ਇੱਕ ਪਲ ਇੱਕ ਛਿਣ ਵੀ ਹਰੀ ਦਾ ਧਿਆਨ ਕਰ ਲਿਆ, ਉਹ ਫਿਰ ਕਾਲ ਫਾਸ ਵਿੱਚ ਨਹੀਂ ਆਉਂਦਾ, ਕਾਲ ਦੀ ਫਾਂਸੀ ਵਿੱਚ ਨਹੀਂ ਆਉਂਦਾ। एक बार जिन तुम्हें सवारा, काल फास ते ताहे उबारा। ਇਹ ਐਵੇਂ ਗੱਲਾਂ ਨਹੀਂ ਲਿਖੀਆਂ, ਜਿਨ੍ਹਾਂ ਨਾਲ ਇਹ ਗੱਲ ਹੋਈ ਉਹਨਾਂ ਦੀਆਂ ਲਿਖੀਆਂ ਹੋਈਆਂ, ਪ੍ਰਾਪਤੀ ਕਰਨ ਵਾਲਿਆਂ ਦੀਆਂ ਲਿਖੀਆਂ ਨੇ। ਔਰ ਸੰਤ ਜਨੋ, ਰਾਜਾ ਜਨਕ ਨੇ ਇੱਕ ਵਾਰੀ ਐਲਾਨ ਕਰ ਦਿੱਤਾ। ਕਦੋਂ ਕੀਤਾ? ਜਦੋਂ ਸਭ ਕੁਝ ਹੁੰਦਿਆਂ ਹੋਇਆਂ। ਐਵੇਂ ਨਹੀਂ ਲਿਖਿਆ ਸਰਬ ਸ੍ਰਿਸ਼ਟ ਕਾ ਰਾਜਾ ਦੁਖੀਆ, ਕਿਉਂਕਿ ਸਰੀਰ ਨੂੰ ਸਾਰੀਆਂ ਸੁਵਿਧਾਵਾਂ ਸਨ, 36 ਪ੍ਰਕਾਰ ਦੇ ਭੋਜਨ ਪ੍ਰਾਪਤ ਸਨ, ਰਾਜ ਮਹਿਲ ਸਨ। ਜੋ ਆ ਜਾ ਕੇ ਤੁਸੀਂ ਗੁਰੂ ਤੋਂ ਲੋਕੀ ਮੰਗਦੇ ਨੇ, ਧੀਆਂ ਪੁੱਤਰ, ਮਹਿਲ ਮਾੜੀਆਂ, ਸੰਪਤੀ, ਇਹੋ ਜਿਹੀਆਂ ਚੀਜ਼ਾਂ ਉਹ ਉਹਨਾਂ ਕੋਲ ਸਨ, ਫਿਰ ਵੀ ਖਾਲੀ। ਵਰਨਾ ਔਰ ਉਹਨਾਂ ਦੀ ਪਤਨੀ ਵੀ ਬੜੀ ਸੁਗੜ ਸਿਆਣੀ, बेटी भी बहुत सुगड़ सियानी, लेकिन फिर अंदर खाली सी, क्योंकि भाई रे गुरबिन ज्ञान ना होए, पूछो बरमे नार दे वेद ब्यासे कोई। गुरु दे बिना ब्रह्म ज्ञान नहीं हो सकता। और जनक जी ने ये आवाज दी। ਉਹਨਾਂ ਦੇ ਦਰਬਾਰ ਵਿੱਚ ਬੜੇ ਰਿਸ਼ੀ ਮੁਨੀ ਪੰਡਤ ਸਨ, ਔਰ ਉਹਨਾਂ ਆਵਾਜ਼ ਦਿੱਤੀ ਕਿ ਕੋਈ ਜਨ ਹਰਸਿਓ ਦੇਵੇ ਜੋੜ। ਇਹ ਆਵਾਜ਼ ਹਰ ਭਗਤ ਨੂੰ ਦੇਣੀ ਪਏਗੀ, ਹਰ ਜਗਿਆਸੂ ਨੂੰ ਦੇਣੀ ਪਏਗੀ। ਕੋਈ ਜਨ ਹਰਸਿਓ ਦੇਵੇ ਜੋੜ, ਕੋਈ ਜਨ ਮੈਨੂੰ ਹਰੀ ਨਾਲ ਜੋੜੇ। ਮੈਨੂੰ ਇਮਾਰਤਾਂ ਨਾਲ ਨਹੀਂ, ਮੈਨੂੰ ਨਦੀਆਂ ਨਾਲ ਨਹੀਂ, ਚਾਂਦ ਸਿਤਾਰਿਆਂ ਤੱਕ ਨਾਲ ਨਹੀਂ, ਧਨ ਦੌਲਤ ਨਾਲ ਨਹੀਂ, ਹਰੀ ਨਾਲ। ਕੋਈ ਜਨ ਹਰ ਸਿਉ ਦੇਵੇ ਜੋੜ। ਤੇ ਫਿਰ ਮੈਂ ਕੀ ਕਰਾਂ? ਚਰਨ ਗਹੂੰ ਬਕੂ ਸ਼ੁਭ ਰਸਨਾ, दीजे प्राण अकोर। मैं चरण पकड़ लूंगा, चरण ਐਵੇਂ ਨਹੀਂ ਸੁਖਮਣੀ ਕਹਿੰਦੀ ਚਰਨ ਸਾਧ ਕੇ ਤੋ ਪੀਓ, ਹਰ ਪ੍ਰਸਾਦ ਕੋ ਆਪਣਾ ਜੀਓ। ਕਿਉਂਕਿ ਤੀਰਥਾਂ ਤੇ ਸ਼ਾਸਤਰਾਂ ਨੇ ਜਦੋਂ ਨਹੀਂ ਕੁਝ ਕੀਤਾ, ਖਾਲੀਪਨ ਨਹੀਂ ਭਰਿਆ। ਇੰਨੇ ਪੰਡਿਤ ਸਨ, ਰੱਬ ਦੀਆਂ ਗੱਲਾਂ ਕਰਨ ਵਾਲੇ ਸਿਰਫ ਧਿਆਨ ਦੇਣਾ ਸਾਧ ਸੰਗਤ, ਰੱਬ ਦੀਆਂ ਗੱਲਾਂ ਕਰਨ ਵਾਲੇ ਤੇ ਬੜੇ ਰਾਗੀ ਨੇ। ਰਹਿਣ ਸਬਾਈ ਕੀਰਤਨ ਹੁੰਦੇ ਨੇ ਸਾਰੀ ਸਾਰੀ ਰਾਤ, ਲੇਕਿਨ ਵਿਸ਼ਵਾਸ ਨਹੀਂ ਹੈ। ਔਰ ਜਨਕ ਜੀ ਨੇ ਆਵਾਜ਼ ਦਿੱਤੀ ਕਿ ਮੈਂ ਗੁਰੂ ਧਾਰਨ ਕਰਨਾ ਹੈ, ਔਰ ਜਿਹੜਾ ਵੀ ਮੇਰਾ ਗੁਰੂ ਹੋਏਗਾ ਰਾਜ ਦਾ ਗੁਰੂ ਹੈ। ਔਰ ਸੰਤ ਜਨ ਹੋਏ ਸੁਣ ਕੇ ਲਾਈਨਾਂ ਲੱਗ ਗਈਆਂ ਗੁਰੂ ਬਣਨ ਵਾਲਿਆਂ ਦੀਆਂ। ਉਹ ਤੇ ਰਾਜਾ ਸੀ। ਅੱਜ ਕੱਲ ਕੋਈ ਆਪਣੇ ਮਹੱਲੇ ਦਾ ਕਾਉਂਸਲਰ ਹੀ ਕਹਿ ਦੇਵੇ ਤਾਂ ਵੀ ਲਾਈਨਾਂ ਲੱਗ ਜਾਣੇ, ਉਹ ਕਾਉਂਸਲਰ ਦੇ ਗੁਰੂ ਬਣਨੇ ਆ ਜਾ ਕੇ। ਲੇਕਿਨ ਇਹ ਗੱਲ ਨੋਟ ਕਰਨ ਵਾਲੀ ਹੈ ਗੁਰੂ ਪਿਆਰੇ, ਉਹਨਾਂ ਇੱਕ ਸ਼ਰਤ ਰੱਖੀ ਕਿ ਘੋੜੇ ਦੇ ਉੱਤੇ ਜਦੋਂ ਮੈਂ ਛਾਲ ਮਾਰ ਕੇ ਚੜ੍ਹਾਂ ਤੇ ਜਿੰਨਾ ਸਮਾਂ ਲੱਗਦਾ
ਉਹਨੇ ਸਮੇਂ 'ਚ ਜਿਹੜਾ ਮੈਨੂੰ ਗਿਆਨ ਦੇ ਦੇ, ਰੱਬ ਦਾ ਗਿਆਨ ਦੇ ਦੇ। ਹੁਣ ਤੁਸੀਂ ਹੈਰਾਨ ਹੋਵੋਗੇ, ਹਰ ਬੰਦਾ ਹੋ ਜਾਂਦਾ ਕਿ ਦੁਨੀਆ ਵਿੱਚ ਜਿਹੜਾ ਪੀਰਾਂ ਪੈਗੰਬਰਾਂ ਤੋਂ ਸਿਵਾ ਅਨੇਕਾਂ ਜੰਗਲਾਂ ਵਿੱਚ ਭਟਕਦੇ ਰਹੇ, 36 ਵਰੇ, ਤੇ ਬਾਬਾ ਫਰੀਦ ਜੀ ਵੀ ਭਟਕੇ। ਇੱਥੋਂ ਤੱਕ ਕਿਆ ਕਾਗਾ ਕਰਗਟ ਢੋਲਿਓ ਸਭ ਲੋਕ ਖਾਇਓ ਮਾਸ। ਕਾਵਾਂ ਨੂੰ ਕਹਿ ਰਹੇ ਨੇ ਭਾਈ ਮੇਰਾ ਸਾਰਾ ਮਾਸ ਖਾ ਲਓ ਬੇਸ਼ੱਕ, ਲੇਕਿਨ ਮੇਰੇ ਅੱਖਾਂ ਛੱਡ ਦੇਣੀਆਂ, ਨੈਣਾ ਨੂੰ ਛੱਡ ਦੇਣਾ, ਕਿਉਂਕਿ ਅਜੇ ਤੱਕ ਮੈਨੂੰ ਹਰੀ ਨਹੀਂ ਜੇ ਮਿਲਿਆ, ਜੇ ਪ੍ਰੀਤਮ ਨਹੀਂ ਮਿਲਿਆ, ਪੀਆ ਮਿਲਣ ਗਿਆ। ਇਸ ਲਈ ਸਾਰੇ ਹੈਰਾਨ ਤੇ ਸਾਰੇ ਸੋਚੀ ਪੈ ਗਏ ਵੀ ਆਹ ਸ਼ਰਤ ਤੇ ਨਹੀਂ ਪੂਰੀ ਹੋਣੀ। ਮੈਂ ਕਥਾ ਕਰ ਸਕਣਾ ਸਾਰੀ ਰਾਤ। ਅੱਜ ਵੀ ਭਾਗਵਤ ਦੀ ਕਥਾ ਕਰਨ ਵਾਲੇ, ਸ਼੍ਰੀਮਦ ਭਗਵਤ ਗੀਤਾ ਦੀ ਕਥਾ ਕਰਨ ਵਾਲੇ, ਅੰਮ੍ਰਿਤ ਬਾਣੀ ਦੀ ਕਥਾ ਕਰਨ ਵਾਲੇ, ਪਾਵਨ ਬਾਣੀ ਦੀ ਕਥਾ ਕਰਨ ਵਾਲੇ ਚੈਨਲ ਦੇਖਿਆ ਕਰੋ। ਇੰਡੀਆ ਜਾਂ ਆਸਥਾ ਚੈਨਲ, ਕਈ ਚੈਨਲ ਚੱਲ ਪਏ, ਵੇਖਿਆ ਕਰੋ। ਕਥਾ ਕਰਨ ਵਾਲਿਆਂ ਦਾ ਤੇ ਭੀੜ ਹੈ, ਲਾਈਨ ਲੱਗ ਗਈ। ਜਦੋਂ ਰਾਜਾ ਜਨਕ ਨੇ ਸ਼ਰਤ ਕਹੀ, ਉਹ ਜਿਹੜੀ ਇੱਕ ਪਲ ਜੇ ਇੱਕ ਛਿਨ ਧਿਆਇਓ, ਮੈਂ ਗੁਰੂ ਧਾਰਨ ਕਰਨਾ, ਪਰ ਉਹਨੂੰ ਕਰਨਾ ਜਿਹੜਾ ਮੈਨੂੰ ਇੱਕ ਛਿਨ ਦੇ ਵਿੱਚ ਹਰੀ ਦਾ ਬੋਧ ਕਰਾ ਦੇ। ਸੰਤ ਜਨੋ, ਜਿਸ ਤਰ੍ਹਾਂ ਹੈ ਦਾਸ ਦੇ ਪਿੱਛੇ ਬਹੁਤ ਕਿਤਾਬਾਂ ਪਈਆਂ, ਕੋਈ ਮੈਨੂੰ ਕਵੇ ਕਿ ਤੁਹਾਡੇ ਪਾਸ ਅੰਮ੍ਰਿਤ ਬਾਣੀ ਹੈ, ਤੇ ਜੇ ਮੇਰੇ ਕੋਲ ਹੈ ਤੇ ਮੈਂ ਉਹਨੂੰ ਕਹਾਂ ਉਹ ਨਹੀਂ ਜੀ, ਅੰਮ੍ਰਿਤ ਬਾਣੀ ਵੀ ਕਦੇ ਕਿਸੇ ਨੇ ਵੇਖੀ ਹੈ। ਜੇ ਮੇਰੇ ਕੋਲ ਨਹੀਂ ਤੇ ਇਹ ਕਵਾਂਗਾ ਅੰਮ੍ਰਿਤ ਬਾਣੀ ਜੀ ਉਹਨੂੰ ਪ੍ਰਾਪਤ ਕਰਨ ਲਈ ਤੇ ਬੜਾ ਟਾਈਮ ਲੱਗਦਾ ਹੈ, ਉਮਰਾਂ ਲੱਗ ਜਾਂਦੀਆਂ ਨੇ, ਕਈ ਜਨਮ ਲੱਗ ਜਾਂਦੇ। ਜੇ ਮੇਰੇ ਕੋਲ ਨਹੀਂ ਫਿਰ ਮੈਂ ਇੰਝ ਹੀ ਕਵਾਂਗਾ, ਤੇ ਜੇ ਮੇਰੇ ਕੋਲ ਹੈ ਤੇ ਫਿਰ 1 ਮਿੰਟ ਵਿੱਚ ਮੈਂ ਪਿੱਛੋਂ ਕੱਢ ਕੇ ਕਹਾ ਲਓ ਮਹਾਰਾਜ, ਕਰੋ ਦਰਸ਼ਨ ਵੀ ਕਰੋ, ਪੜ੍ਹੋ ਵੀ, ਆਨੰਦ ਵੀ ਲਓ। ਇਸ ਲਈ ਜਿਨ੍ਹਾਂ ਦੇ ਕੋਲ ਸਿਰਫ ਗੱਲਾਂ ਨੇ, ਸਿਰਫ ਕਰਮ ਕਾਂਡ ਹੈ, ਜਿਨ੍ਹਾਂ ਦੇ ਕੋਲ ਸਵਾਏ ਇਹੋ ਜਿਹੀਆਂ ਵਿਉਂਤਾਂ ਦੱਸਣ ਤੇ ਹੋਰ ਕੁਝ ਨਹੀਂ ਹੈ, ਵਿਉਂਤਾਂ ਦੱਸਦੇ ਹੀ ਉਹ ਨੇ ਜਿਨ੍ਹਾਂ ਕੋਲ ਰੱਬ ਨਹੀਂ ਹੁੰਦਾ, ਜਿਨ੍ਹਾਂ ਕੋਲ ਹਰੀ ਨਹੀਂ ਹੁੰਦਾ, ਉਹੀ ਦੱਸਦੇ ਜੀ। ਤੇ ਜਿਹਦੇ ਕੋਲ ਹੋਵੇ ਉਹ ਕਿਉਂ ਉਹਦੇ ਕਹਾ ਲਓ, ਕਿਉਂਕਿ ਮੈਂ ਕਿਤੋਂ ਲੈਣ ਥੋੜਾ ਜਾਣਾ, ਕਿਤੇ ਦੂਰ ਤੇ ਹੈ ਨਹੀਂ, ਹੈ ਹਦੂਰ ਦੂਰ ਮਤ ਜਾਣੋ। ਜਿਹੜਾ ਹਦੂਰ ਹੈ, ਦੂਰ ਤੇ ਹੈ ਨਹੀਂ, ਲੇਕਿਨ ਜਿਹੜਾ ਹਦੂਰ ਹੈ ਉਹ ਸਾਧ ਸੰਗਤ, ਉਹਨੂੰ ਮੈਂ ਕਿਵੇਂ ਕਹਾਂ ਕਿ ਮੈਨੂੰ ਉਹਦੇ ਲਈ ਤੈਨੂੰ ਜਾਣਾ ਪਏਗਾ ਦੂਰ। ਅਸੀਂ ਸਾਰੇ ਹੀ ਹੁਣ ਇਹਨਾਂ ਦਿਨਾਂ ਵਿੱਚ ਹੀ, ਕਰੋਨਾ ਦੇ ਦਿਨਾਂ ਵਿੱਚ ਹੀ ਹਰ ਇੱਕ ਨੂੰ ਇਹੀ ਕਹਿੰਦੇ, ਕੋਈ ਨਹੀਂ ਡਰੀ ਨਾ, ਰੱਬ ਅੰਗ ਸੰਗ ਹੈ ਤੇਰੇ। ਜੇ ਅੰਗ ਸੰਗ ਹੈ ਤੇ ਆਹ ਅੰਗ ਨੇ ਤੇ ਇਹਨਾਂ ਦਾ ਸੰਗ ਕਰ ਰਿਹਾ, ਤੇ ਫਿਰ ਟਾਈਮ ਕਿੰਨਾ ਲੱਗੇਗਾ। ਜਿਸ ਤਰ੍ਹਾਂ ਸਾਧ ਸੰਗਤ ਤੁਹਾਡੇ ਕੋਲ ਹੀ ਕੋਈ ਬੰਦਾ ਬੈਠਾ ਹੋਏ ਤੇ ਕੋਈ ਆਵੇ, ਫਰਜ਼ ਕਰੋ ਉਹਦਾ ਨਾਂ ਰਾਮ ਲਾਲ, ਕੋ ਆ ਕੇ ਪੁੱਛੇ ਇੱਥੇ ਰਾਮ ਲਾਲ ਜੀ ਹੈਗੇ ਨੇ, ਤੇ ਮੈਨੂੰ ਤੁਸੀਂ ਇਹ ਦੱਸੋ ਕਿੰਨਾ ਚਿਰ ਲੱਗੇਗਾ ਤੁਹਾਨੂੰ ਇਸ਼ਾਰਾ ਕਰਨ ਤੇ? 1 ਸੈਕਿੰਡ, ਆ ਬੈਠੇ ਜੀ ਰਾਮ ਲਾਲ, ਇਹੀ ਰਾਮ ਲਾਲ ਜੀ, ਇੰਨਾ ਟਾਈਮ ਹੀ ਲੱਗਦਾ। ਲੇਕਿਨ ਵਿਉਂਤਾਂ ਦੱਸਣ ਵਾਲੇ ਕਰਮਕਾਂਡੀ ਪੰਡਤ ਜਿਹੜੇ ਸਨ, ਸਭ ਘਬਰਾ ਗਏ। ਔਰ ਫਿਰ ਰਾਜਾ ਜਨਕ ਜੀ ਪਰੇਸ਼ਾਨ ਹੋ ਗਏ, ਹੱਦ ਹੋ ਗਈ,
ਇੱਕ ਵੀ ਤੁਹਾਡੇ ਵਿੱਚੋਂ ਇਹੋ ਜਿਹਾ ਨਹੀਂ ਜਿਹੜਾ ਮੇਰਾ ਗੁਰੂ ਬਣ ਸਕੇ, ਜਿਹਨੂੰ ਮੈਂ ਗੁਰੂ ਧਾਰਨ ਕਰ ਸਕਾਂ। ਡੀਂਗਾਂ ਤੇ ਬੜੀਆਂ ਮਾਰਦੇ ਸੀ, ਗੱਲਾਂ ਤੇ ਮੈਨੂੰ ਬਹੁਤ ਸੁਣਾਉਂਦੇ ਸੀ, ਲੇਕਿਨ ਕੀ ਤੁਹਾਡੇ ਚੋਂ ਇੱਕ ਵੀ ਨਹੀਂ? ਸਾਧ ਸੰਗਤ, ਉਹ ਲੋਕ ਕੋਲੂ ਦੇ ਬੈਲ ਵਾਂਗੂ ਸਾਨੂੰ ਜੋਤੀ ਫਿਰਦੇ ਨੇ। ਮੈਂ ਕਈ ਵਾਰੀ ਉਹ ਕਥਾ ਸੁਣਾਉਂਦਾ ਹੁੰਦਾ ਕਿ ਇੱਕ ਵਕੀਲ ਤੇਲੀ ਕੋਲ ਤੇਲ ਲੈਣ ਗਿਆ। ਤੇਲੀ ਬੜਾ ਮਸ਼ਹੂਰ ਸੀ ਕਿਉਂਕਿ ਤਾਜ਼ਾ ਤੇਲ ਕੱਢਦਾ ਸੀ, ਉਹਦਾ ਕੋਲੂ ਸੀ ਤੇ ਕੋਲੂ ਚੱਲਦਾ ਰਹਿੰਦਾ ਸੀ, ਬੈਲ ਜਿਹੜਾ ਸੀ ਉਹ ਘੁੰਮਦਾ ਰਹਿੰਦਾ ਸੀ। ਤੇ ਤੇਲ ਲੈਣ ਵਾਸਤੇ ਜਦੋਂ ਆਇਆ ਤੇ ਤੇਲੀ ਤੇ ਤੇਲ ਲੱਗਾ ਤੋਲਣ, ਤੇ ਉਹ ਕਹਿੰਦਾ, ਭਾਜੀ ਵੀ ਇਹ ਜਿਹੜਾ ਤੁਹਾਡਾ ਬੈਲ ਹੈ ਇਹ ਘੁੰਮੀ ਜਾਂਦਾ ਪਿਆ, ਇਹ ਰੁਕਦਾ ਨਹੀਂ, ਇਹਨੂੰ ਇਹ ਨਹੀਂ ਪਤਾ ਲੱਗਦਾ ਪਿਆ ਵੀ ਚੱਕਰ ਪੂਰਾ ਹੋ ਗਿਆ ਤੇ ਰੁਕ ਜਾ। ਅੱਗੋਂ ਤੇਲੀ ਕਹਿੰਦਾ, ਵਕੀਲ ਸਾਹਿਬ ਤੁਸੀਂ ਵੇਖਿਆ ਨਹੀਂ, ਮੈਂ ਉਹਦੇ ਖੋਪੇ ਪਾਏ ਨੇ, ਉਹਦੇ ਅੱਖਾਂ ਦੇ ਅੱਗੇ ਖੋਪੇ ਪਾਏ, ਇਹਨਾਂ ਨੂੰ ਖੋਪੇ ਕਹਿੰਦੇ ਨੇ। ਇਸ ਵਾਸਤੇ ਉਹਨੂੰ ਪਤਾ ਨਹੀਂ ਲੱਗਦਾ ਕਿ ਇਹ ਚੱਕਰ ਪੂਰਾ ਹੋਇਆ ਕਿ ਨਹੀਂ, ਉਹ ਚੱਲਦਾ ਹੀ ਰਹਿੰਦਾ। ਹੁਣ ਵਕੀਲ ਰਿਹਾ ਵਕੀਲ ਕਹਿੰਦਾ ਜੀ ਫਿਰ ਵੀ ਖੜਾ ਹੋ ਜੇ ਤੇ। ਤੇਲੀ ਨੇ ਵਕੀਲ ਵੱਲ ਵੇਖਿਆ, ਕਹਿਰੀ ਜੀ ਅੱਖ ਨਾਲ, ਤੇ ਕਹਿਣ ਲੱਗਾ, ਮਹਾਰਾਜ ਜੀ ਫਿਕਰ ਨਾ ਕਰੋ, ਮੈਂ ਨਾ ਬੈਲ ਦੇ ਗਲ ਵਿੱਚ ਟੱਲੀ ਵੀ ਬੰਨੀ, ਤੇ ਟੱਲੀ ਵੱਜਦੀ ਰਹਿੰਦੀ, ਜਦੋਂ ਚੱਲਦਾ ਤੇ ਟੱਲੀ ਖੜਕਦੀ ਰਹਿੰਦੀ, ਤੇ ਮੈਨੂੰ ਪਤਾ ਲੱਗ ਜਾਂਦਾ ਦੂਰੋਂ ਵੀ ਚੱਲ ਰਿਹਾ। ਇਸ ਵਾਸਤੇ ਟੱਲੀ ਦੀ ਆਵਾਜ਼ ਨਾਲ ਮੈਨੂੰ ਪਤਾ ਰਹਿੰਦਾ, ਮੈਂ ਖਬਰਦਾਰ। ਵਕੀਲ ਜਿਵੇਂ ਕੋਰਟ ਵਿੱਚ ਗੱਲ ਕਰਦੇ ਨੇ, ਵਕੀਲ ਕਹਿੰਦਾ ਜੀ ਫਿਰ ਵੀ ਉਹ ਜੇ ਖੜਾ ਹੋ ਕੇ ਸਿਰ ਹਿਲਾਈ ਜਾਏ ਫਿਰ। ਤੇ ਤੇਲੀ ਨੇ ਅਜੇ ਤੇਲ ਤੋਲਿਆ ਹੀ ਸੀ, ਉਹਦੀ ਬੋਤਲ ਚ ਪਾਇਆ ਨਹੀਂ ਸੀ। ਵਕੀਲ ਦੇ ਪੈਸੇ ਵਾਪਸ ਕਰਕੇ ਕਹਿੰਦਾ, ਭਰਾਵਾ ਮੈਂ ਤੈਨੂੰ ਤੇਲ ਨਹੀਂ ਵੇਚਣਾ। ਵਕੀਲ ਕਹਿੰਦਾ, ਕਿਉਂ ਭਾਈ? ਕਹਿੰਦਾ, ਤੂੰ ਮੇਰਾ ਬੈਲ ਖਰਾਬ ਕਰਨਾ ਹੈ ਕਿ ਤੇਲ ਲੈਣਾ ਹੈ? ਸਾਨੂੰ ਬੈਲ ਵਾਂਗੂ ਔਰ ਇਹ ਹੁਣ ਦੀ ਗੱਲ ਨਹੀਂ, ਰਾਜਾ ਜਨਕ ਵੇਲੇ ਵੀ ਇੰਜੀ ਸੀ, ਜਿਹੜੇ ਵੇਲੇ ਸ਼੍ਰੀ ਰਾਮ ਨਹੀਂ ਸੀ, ਉਸ ਵੇਲੇ ਵੀ ਭਰੇ ਪਏ ਸਨ ਦਰਬਾਰ। ਔਰ ਜਦੋਂ ਰਾਜਾ ਜਨਕ ਨੇ ਇਹ ਗੱਲ ਕਹੀ, ਸਾਰਿਆਂ ਸਿਰ ਨੀਵੇਂ ਕਰ ਲਏ, ਔਰ ਰਾਜਾ ਬੜਾ ਪਰੇਸ਼ਾਨ ਕਿ ਕੋਈ ਵੀ ਨਹੀਂ। ਲੇਕਿਨ ਜਿਉਂ ਹੀ ਉਹਨੇ ਕਿਹਾ ਕਿ ਕੋਈ ਨਹੀਂ ਹੈ, ਤੇ ਇੱਕ ਸੱਜਣ ਦਰਬਾਰ ਵਿੱਚ ਹਾਜ਼ਰ ਹੋਏ। ਉਹਨਾਂ ਦਾ ਸਰੀਰ ਏਦਾਂ ਵਧੀਆ ਨਹੀਂ ਸੀ ਜਿਵੇਂ ਵਧੀਆ ਕੱਪੜੇ ਪਾ ਕੇ ਪੰਡਿਤ ਬੈਠੇ ਸਨ। ਉਹਨਾਂ ਦੇ ਸਰੀਰ ਤੇ 8 ਵੱਲ ਪੈਂਦੇ ਸੀ, ਏਦਾਂ ਮੇਡਾ ਸੀ। ਔਰ ਉਹਨਾਂ ਦੇ ਉਸ ਬਲਾਂ ਕਰਕੇ, ਸਰੀਰ ਦੀ ਸ਼ਕਲ ਇਹੋ ਜਿਹੀ ਹੋਣ ਕਰਕੇ, ਉਹਨਾਂ ਦਾ ਨਾਂ ਅਸ਼ਟਾਵਕਰ ਪਿਆ ਸੀ। 8 ਵਕਰ। ਉਹਨਾਂ ਨੇ ਕਿਹਾ, ਰਾਜਨ ਮੈਂ ਦਿਆਂਗਾ ਤੈਨੂੰ ਬ੍ਰਹਮ ਗਿਆਨ। ਜਿਉਂ ਹੀ ਉਹਨਾਂ ਨੇ ਕਿਹਾ, ਪੰਡਿਤ ਸਾਰੇ ਹੱਸਣ ਲੱਗ ਪਏ, ਮਜ਼ਾਕ ਉਡਾਇਆ। ਉਹ ਆ ਮੂੰਹ ਤੇ ਮਸਰਾਂ ਦੀ ਦਾਲ, ਜਿਵੇਂ ਅੱਜ ਕੱਲ ਕਹਿ ਦਿੰਦੇ ਨੇ ਪੰਜਾਬ 'ਚ, ਰਾਜੇ ਦਾ ਗੁਰੂ ਬਣਨ ਆ ਗਏ, ਸ਼ਕਲ ਤੇ ਵੇਖ ਆਪਣੀ। ਤੇ ਜਦੋਂ ਉਹਨਾਂ ਨੇ ਇੰਜ ਕਿਹਾ, ਅਸ਼ਟਾਵਕਰ ਜੀ ਕਹਿਣ ਲੱਗੇ ਰਾਜੇ ਨੂੰ, ਰਾਜਾ ਇਹ ਮੇਰੀ ਚਮੜੇ ਦੀ ਪਛਾਣ ਕਰ ਰਹੇ ਨੇ, ਕੱਢ ਇਹਨਾਂ ਨੂੰ ਬਾਹਰ, ਇਹ ਸਭਾ ਚੋਂ ਬਾਹਰ ਕੱਢ। ਇਹਨਾਂ ਨੂੰ ਉਸ ਸਭਾ 'ਚ ਬੈਠਣ ਦਾ ਕੋਈ ਹੱਕ ਨਹੀਂ। ਔਰ ਸੰਤ ਭਾਵੇਂ ਜਾਓ ਗੁਰੂ ਘਰ,
ਭਾਵੇਂ ਜਾਓ ਚਰਚ ਵਿੱਚ, ਭਾਵੇਂ ਜਾਓ ਮੰਦਰ ਜਾਓ, ਮਸਜਿਦ ਜਾਓ, ਜਿੱਥੇ ਮਰਜੀ ਜਾਓ, ਭਾਵੇਂ ਸਤਸੰਗ 'ਚ ਜਾਓ, ਜਿੱਥੇ ਚਮੜੇ ਦੀ ਪਛਾਣ ਹੋਵੇ, ਜਿੱਥੇ ਜਾਤੀ ਵੇਖੀ ਜਾਏ, ਇਹ ਕੰਮ ਕੀ ਕਰਦਾ ਹੈ ਇਹ ਵੇਖਿਆ ਜਾਏ, ਇਹ ਰਹਿੰਦਾ ਕਿੱਥੇ ਹੈ ਇਹ ਵੇਖਿਆ ਜਾਏ, ਉਹ ਗੁਰੂ ਘਰ ਨਹੀਂ ਹੋ ਸਕਦਾ। ਉਹ ਅਗਿਆਨਤਾ ਦਾ ਘਰ ਹੋਇਆ। ਜਾਤ न पूछो सादगी, पूछ लीजिए ज्ञान, मोल करो तलवार का, पड़ी रहन दो म्यान। ਉਹ ਫਿਰ ਰੱਬ ਦਾ ਘਰ ਨਹੀਂ ਹੈ। ਰੱਬ ਦੇ ਘਰ ਵਿੱਚ ਸਾਧ ਸੰਗਤ ਭਿੰਨ ਭੇਦ ਨਹੀਂ ਹੁੰਦੇ। ਰੱਬ ਦੇ ਘਰ ਵਿੱਚ ਬੰਦਿਆਂ ਨੂੰ ਵੰਡਿਆ ਨਹੀਂ ਜਾਂਦਾ। ਰੱਬ ਦਾ ਹੀ ਤੇ ਘਰ ਹੈ ਜਿੱਥੇ ਸਾਰੇ ਇੱਕ ਸਮਾਨ ਨੇ। ਇਸ ਲਈ ਲੋਕਾਂ ਨੇ ਉਹਨਾਂ ਪੰਡਤਾਂ ਨੂੰ ਗੁੱਸਾ ਪਿਆ, ਇਹ ਵੇਖ ਬੰਦਾ ਕਿਹੋ ਜਿਹਾ, ਸ਼ਕਲ ਨਾ ਅਕਲ, ਤੇ ਸਾਡੇ ਬਾਰੇ ਕਹਿੰਦੇ। ਲੇਕਿਨ ਜਿਸ ਲਹਿਜੇ 'ਚ, ਜਿਸ ਜੋਸ਼ 'ਚ ਅਸ਼ਟਾਵਕਰ ਨੇ ਕਿਹਾ, ਉਹ ਸਾਬਤ ਕਰਦਾ ਸੀ ਕਿ ਇਹਨਾਂ ਦੇ ਕੋਲ ਕੋਈ ਚੀਜ਼ ਹੈ, ਕੋਈ ਗੁਣ ਹੈ, ਐਵੇਂ ਨਹੀਂ। ਔਰ ਫਿਰ ਜਨਕ ਜੀ ਨੇ ਜਿਹਨੂੰ ਜ਼ਰੂਰਤ ਹੁੰਦੀ ਹੈ, ਜਿਹਨੂੰ ਭੁੱਖ ਹੁੰਦੀ ਹੈ, ਜਿਹਨੂੰ ਭੁੱਖ ਹੁੰਦੀ ਹੈ, ਜੀਸਸ ਕ੍ਰਾਈਸਟ ਜੀ ਮਹਾਰਾਜ ਨੇ ਕਿਹਾ ਕਿ ਜਿਹਨੂੰ ਭੁੱਖ ਹੋਵੇ, ਕਹਿੰਦਾ ਇੱਕ ਕਿਸਾਨ ਤੋਂ ਪਹਿਰਾਂ ਭਲਾ ਵੀ ਸਮਝਾਉਂਦੇ ਸਨ ਮਹਾਰਾਜ ਜੀ। ਉਹਨਾਂ ਨੇ ਕਿਹਾ ਕਿ ਕੋਈ ਬੰਦਾ ਹੀਰੇ ਮੋਤੀਆਂ ਦੀ ਖੋਜ ਕਰਦਾ ਹੋਵੇ ਤੇ ਜੇ ਉਹਨੂੰ ਕਿਸੇ ਖੇਤ ਦੇ ਵਿੱਚ ਹੀਰਾ ਮਿਲ ਜਾਏ, ਜਿਹਦੀ ਖੋਜ ਉਹ ਕਰਦਾ ਹੈ, ਹਰ ਸਿਉਂ ਹੀਰਾ ਛੱਡ ਕੇ ਉਹ ਮਿਲ ਜਾਏ, ਫਿਰ ਕਹਿੰਦੇ ਉਹ ਬੰਦਾ ਜਿਹੜਾ ਸਮਝਦਾਰ ਹੈ ਆਪਣਾ ਸਭ ਕੁਝ ਵੇਚ ਦੇਗਾ, ਸਭ ਕੁਝ ਵੇਚ ਕੇ ਉਹ ਜ਼ਮੀਨ ਖਰੀਦੇਗਾ ਜਿਹਦੇ 'ਚ ਉਹਨੂੰ ਹੀਰੇ ਮਿਲੇ। ਐਵੇਂ ਨਹੀਂ ਸੀ ਮੀਰਾ ਭੱਜ ਕੇ ਰਾਜਸਥਾਨ ਤੋਂ ਆਈ, ਐਵੇਂ ਨਹੀਂ ਸੀ ਰਾਜੇ ਮਹਾਰਾਜੇ ਉਹਨਾਂ ਦੇ ਦਰਬਾਰ ਦੇ ਝੁਕਦੇ, ਕਿਉਂਕਿ ਉਹ ਹੀਰੇ ਦੀ ਪ੍ਰਾਪਤੀ ਹੋਈ ਸੀ। ਸਭ ਕੁਝ ਛੱਡਣ ਛਡਾਉਣ ਨੂੰ, ਜਾਣ ਤੱਕ ਛੱਡਣ, ਕਿਉਂਕਿ ਜਿਸ ਨੂੰ ਜਗਿਆਸਾ ਹੁੰਦੀ ਹੈ, ਜਿਸ ਨੂੰ ਭੁੱਖ ਹੁੰਦੀ ਹੈ, ਉਹ ਫਿਰ ਹੋਰ ਕੁਝ ਨਹੀਂ ਦੇਖਦਾ। ਔਰ ਜਨਕ ਜੀ ਨੇ 8 ਬਲਾਂ ਵਾਲੇ ਉਸ ਭੱਦੇ ਜਿਹੇ ਸਰੀਰ ਨੂੰ, ਜਿਹਨੂੰ ਲੋਕੀ ਆਪਣੀ ਅੱਖ ਨਾਲ ਵੇਖਦੇ ਸੀ, ਕਿਸੇ ਨੂੰ ਵੇਖਣਾ ਤੇ ਤੀਸਰੀ ਅੱਖ ਤੋਂ ਬਗੈਰ ਤੁਸੀਂ ਵੇਖ ਹੀ ਨਹੀਂ ਸਕਦੇ। ਇਹਨਾਂ ਅੱਖਾਂ ਨਾਲ ਅਸੀਂ ਉਹ ਦੇਖਦੇ ਹਾਂ ਜੋ ਅਸੀਂ ਦੇਖਣਾ ਚਾਹੁੰਦੇ ਹਾਂ। ਇਹਨਾਂ ਅੱਖਾਂ ਨਾਲ ਜੇ ਅਸੀਂ ਕਿਸੇ ਦੀ ਗਲਤੀ ਦੇਖਣਾ ਚਾਹੁੰਦੇ ਹਾਂ, ਸਾਨੂੰ ਉਹਦਾ 100 ਗੁਣ ਵੀ ਨਹੀਂ ਚੇਤੇ ਆਉਣਾ, ਨਹੀਂ ਦਿਸਣਾ, ਉਹਨੂੰ ਇੱਕ ਉਹਦਾ ਅਵਗੁਣ ਜ਼ਰੂਰ ਦਿਸੇਗਾ। ਜੇ ਕਿਸੇ ਦੇ ਨੁਕਸ ਹੀ ਕੱਢਣੇ ਹੋਣ, ਪੰਜਾਬ ਦੇ ਵਿੱਚ ਮਸ਼ਹੂਰ ਸੀ ਕਿ ਆਟਾ ਗੁੰਨਦੀ ਤੇ ਹਿਲਦੀ ਕਿਉਂ, ਆਟਾ ਗੁੰਨਣਾ ਤੇ ਹਿਲਣਾ ਤੇ ਪਏ, ਜਾਂ ਰੋਟੀ ਖਾਂਦੇ ਦੀ ਦਾੜੀ ਕਿਉਂ ਹਿਲਦੀ। ਜਿਨ੍ਹਾਂ ਨੇ ਅਵਗੁਣ ਕੱਢਣੇ ਨੇ ਉਹ ਅਵਗੁਣ ਹੀ ਕੱਢਦੇ ਨੇ, ਲੇਕਿਨ ਜਿਨ੍ਹਾਂ ਗੁਣ ਦੇਖਣੇ ਨੇ ਉਹ ਗੁਣ ਦੇਖਦੇ ਨੇ। ਇਸ ਲਈ ਗੁਰਮੁਖੋ ਪਿਆਰਿਓ, ਜਨਕ ਨੇ ਮਹਿਸੂਸ ਕੀਤਾ, ਕਿਉਂਕਿ ਉਹ ਦੇਖ ਰਿਹਾ ਸੀ ਕਿ ਜਨਮ ਐਵੇਂ ਚਲੇ ਜਾਣਾ। ਇਹ ਜਨਮ ਜੋ ਪ੍ਰਾਪਤ ਕਰਨ ਲਈ ਮਿਲਿਆ ਸੀ ਉਹ ਤੇ ਕੀਤਾ ਨਹੀਂ, ਉਹ ਤੇ ਜੇ ਹੋਇਆ ਨਹੀਂ, ਪਤਾ ਨਹੀਂ ਕਿਹੜੇ ਲਈ
ਆਵਾਜ਼ ਪੈ ਜੇ। ਬਾਈਬਲ ਦਾ ਹੀ ਇੱਕ ਪੈਰਾਬਲ ਹੈ ਕਿ ਅਮੀਰ ਬੰਦਾ ਪਰ ਬੇਵਕੂਫ ਬੰਦਾ, ਸਾਧ ਸੰਗਤ, उसकी फसल बड़ी हुई, ਉਹਦੇ ਸਾਰੇ ਗੋਦਾਮ ਭਰ ਗਏ, ਔਰ ਫਿਰ ਸੋਚੇ ਹੁਣ ਮੈਂ ਕਿੱਥੇ ਇਹਨਾਂ ਨੂੰ ਰੱਖਾਂ। ਇਹ ਬਾਈਬਲ ਦਾ ਪੈਰਾਬਲ ਹੈ। ਔਰ ਫਿਰ ਕਹਿੰਦੇ ਉਹਨੇ ਸੋਚਿਆ ਕਿ ਮੈਂ ਹੋਰ ਗੋਦਾਮ ਬਣਾਉਣਾ, ਉਹਨਾਂ ਨੂੰ ਭਰ ਦਿਆਂਗਾ ਤੇ ਫਿਰ ਮੈਂ ਆਪਣੀ ਲਾਈਫ ਬੜੀ ਸੌਖੀ ਗੁਜ਼ਾਰਾਂਗਾ, ਕਿਉਂਕਿ ਅਨਾਜ ਤੇ ਮੁੱਕਣਾ ਨਹੀਂ। ਏਦਾਂ ਹੀ ਸੋਚ ਰਿਹਾ ਸੀ। ਕਹਿੰਦੇ ਉਹਨੂੰ ਪ੍ਰਮਾਤਮਾ ਦੀ ਆਵਾਜ਼ ਆਈ, ਤੂੰ ਆਉਣ ਵਾਲੇ ਕਈ ਸਾਲਾਂ ਦੀ ਸੋਚੀ ਜਾਂਦਾ ਮੂਰਖਾ, ਤੇ ਜੇ ਅੱਜ ਹੀ ਤੇਰੀ ਜ਼ਿੰਦਗੀ ਨੂੰ ਸੱਦਾ ਆ ਗਿਆ ਮੇਰੇ ਵੱਲੋਂ, ਫਿਰ ਕੀ ਕਰੇਗਾ? ਇੱਕ ਰਾਤ ਵੀ ਨਹੀਂ ਜਦੋਂ ਤੈਨੂੰ ਮਿਲਣੀ, ਤੇ ਤੂੰ ਵਰਿਆਂ ਦੀ ਸੋਚੀ ਜਾਂਦਾ। ਇਸ ਲਈ ਗੁਰਮੁਖੋ ਪਿਆਰੇ, ਜਿਨ੍ਹਾਂ ਨੂੰ ਇਸ ਦਾ ਬੋਧ ਹੁੰਦਾ ਹੈ, ਇਸ ਭਾਂਡੇ ਕਾ ਕਿਆ ਪ੍ਰਵਾਸ ਹੈ, ਇਤਨਾ ਕੁ ਲਾਗੇ ਠਣਕਾ। ਇੰਨਾ ਮਿੱਟੀ ਦਾ ਘੜਾ ਬੰਦੇ ਦਾ ਬਣਾਇਆ ਹੋਇਆ, ਉਹਦੀ ਤੇ ਅਜੇ ਕੋਈ ਨਾ ਕੋਈ ਉਮਰ ਦਾ ਪਤਾ ਹੁੰਦਾ ਹੈ, ਲੇਕਿਨ ਇਸ ਮਿੱਟੀ ਦਾ ਜਿਹਨੂੰ ਪਰਮ ਪਿਤਾ ਪਰਮਾਤਮਾ ਨੇ ਬਣਾਇਆ ਹੈ, ਕੋਈ ਪਤਾ ਨਹੀਂ। ਜਨਕ ਨੂੰ ਇਹਦਾ ਅਹਿਸਾਸ ਸੀ, ਉਹਨੇ ਆਪਣਾ ਤਖਤ ਖਾਲੀ ਕਰ ਦਿੱਤਾ ਔਰ ਅਸ਼ਟਾਵਕਰ ਜੀ ਨੂੰ ਉਸ ਤਖਤ ਤੇ ਬਿਠਾਇਆ, ਚਰਨਾਂ ਵਿੱਚ ਡਿੱਗ ਪਿਆ। ਹਾਂ ਮਹਾਰਾਜ, ਮੈਨੂੰ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਹੈ। ਰੱਬ ਨੂੰ ਮਿਲਣ ਦੀ, ਹਰੀ ਨੂੰ ਮਿਲਣ ਦੀ ਮੈਨੂੰ ਪ੍ਰੀਤ ਹੈ। ਇਸ ਵਾਸਤੇ ਮੈਂ ਤੁਹਾਡੇ ਪੈਰੀਂ ਲੱਗਦਾ ਹਾਂ, ਪਾਏ ਲਗੋ ਮੋਏ ਕਰੂੰ ਬੇਨਤੀ, ਕਹੂ ਸੰਤ ਮਿਲੇ। ਅਸ਼ਟਾਵਕਰ ਜੀ ਨੂੰ ਪਹਿਲੀ ਵਾਰੀ ਉਹ ਮਿਲਿਆ ਸੀ, ਲੇਕਿਨ ਜਿਹਨੂੰ ਪ੍ਰਭੂ ਦੇ ਮਿਲਣ ਦੀ ਪ੍ਰੀਤ ਹੁੰਦੀ ਹੈ, ਉਹ ਕਹਿੰਦਾ ਮੈਂ ਪੈਰੀਂ ਲੱਗ ਜਾਂਦਾ, ਮੈਨੂੰ ਕੋਈ ਸੰਤ ਮਿਲੇ, ਕੋਈ ਤੇ ਮਿਲੇ, ਕਹੂ ਸੰਤ ਮਿਲੇ ਵਡਭਾਗੀ। ਵੱਡੇ ਭਾਗਾਂ ਨਾਲ ਜਿਹੜਾ ਇਹ ਗੱਲ ਜਾਣਦਾ ਹੋਵੇ, ਜਿਹੜਾ ਲਾਰੇ ਲਾਉਣ ਵਾਲਾ ਨਾ ਹੋਵੇ, ਭੁਲੇਖੇ ਪਾਉਣ ਵਾਲਾ ਨਾ ਹੋਏ, ਜਿਹੜਾ ਜਾਣਦਾ ਹੋਏ ਇਹ ਜਾਂ ਜਾਣਾ ਕਥਾਉ ਕਿਛ ਨਹੀਂ, ਤੈ ਕਰਤਾ ਭਰਪੂਰ ਸਮਾਈ। ਮੈਂ ਜਿੱਥੇ ਜਾਣ ਸਮਝਦਾ ਸਾਂ ਕੋਈ ਨਹੀਂ ਹੈ, ਮੇਰਾ ਕਰਤਾ ਪੁਰਖ ਉੱਥੇ ਹੈ। ਇਸ ਲਈ ਸੰਤ ਜਨ, ਆਪ ਜੀ ਕਿੰਨੇ ਭਾਗਾਂ ਵਾਲੇ ਹੋ, ਅਸੀਂ ਕਿੰਨੇ ਭਾਗਾਂ ਵਾਲੇ ਹਾਂ ਕਿ ਸਾਡੇ ਇਹਨਾਂ ਕੰਨਾਂ 'ਚ ਸੱਚ ਦੀ ਆਵਾਜ਼ ਪੈਂਦੀ। ਜਨਕ ਜੀ ਨੇ ਬਿਠਾਇਆ ਔਰ ਚਾਹ ਪਾਣੀ ਜੋ ਵੀ ਸੇਵਾ ਸੀ, ਘੋੜਾ ਤਿਆਰ ਕਰਵਾਇਆ। ਸੈਨਿਕਾਂ ਨੂੰ ਕਹਿਤਾ ਘੋੜਾ ਤਿਆਰ ਕਰਾ ਦਿਓ। ਘੋੜਾ ਤਿਆਰ ਕੀਤਾ ਔਰ ਜਿਉਂ ਛਾਲ ਮਾਰ ਕੇ ਜਨਕ ਜੀ ਬੈਠਣ ਲੱਗੇ, ਅਸ਼ਟਾਵਕਰ ਜੀ ਨੇ ਕਿਹਾ ਠਹਿਰ ਜਾਣਾ, ਇੰਨੀ ਜਲਦੀ ਕਾਹਦੀ ਆ, ਤੇਰਾ ਘੋੜਾ ਵੀ ਬਹੁਤ ਤੇਜ਼ ਭੱਜਣ ਵਾਲਾ, ਤੂੰ ਵੀ ਨਿਕਲ ਜਾਏਗਾ। ਘੋੜੇ ਤੇ ਛਾਲ ਮਾਰ ਕੇ ਗਿਆਨ ਲੈ ਕੇ, ਗੁਰੂ ਦਕਸ਼ਨਾ ਕੌਣ ਦੇਗਾ? ਪਹਿਲਾਂ ਗੁਰੂ ਦਕਸ਼ਨਾ ਤੇ ਦੇ। ਜਨਕ ਫਿਰ ਥੱਲੇ ਉਤਰ ਕੇ ਕਹਿਣ ਲੱਗਾ ਮਹਾਰਾਜ ਲੈ ਲਓ, ਦੱਸੋ ਕੀ ਭੇਟ ਕਰਾਂ? ਮਹਾਰਾਜ ਨੇ ਕਿਹਾ ਵੀ 3 ਚੀਜ਼ਾਂ ਨੇ ਤੇਰੇ ਕੋਲ, ਇੱਕ ਤਨ ਹੈ, ਇੱਕ ਮਨ ਹੈ, ਇੱਕ ਤਨ ਹੈ। ਜਿਹਨੂੰ ਤੂੰ ਸਭ ਤੋਂ ਨਿਖਿੱਧ ਗਿਰਦਾ ਹੈ, ਇਹਨਾਂ ਚੋਂ ਇੱਕ ਚੀਜ਼ ਦੇ ਦੇ। ਜਨਕ ਜੀ ਔਰ ਉਹਨਾਂ ਨੇ ਸ਼ਾਸਤਰਾਂ 'ਚ ਪੜ੍ਹਿਆ ਸੀ
ਕਿ ਤਨ ਮਨ ਧਨ ਸੌਂਪ ਗੁਰ ਕੋ, ਇਹ ਸੌਂਪਣਾ ਪੈਂਦਾ, ਇਹ ਗੁਰੂ ਨੂੰ ਭੇਟ ਕਰਨਾ ਪੈਂਦਾ। ਸੁਣਿਆ ਸੀ ਉਹਨਾਂ ਨੇ ਕਿਹਾ ਤਿੰਨੇ ਲੈ ਲਓ, ਕਹਿੰਦੇ ਨਹੀਂ ਇੱਕੋ ਹੀ ਦੇ ਦੇ, ਜਿਹੜਾ ਮਰਜੀ। ਕਿਉਂਕਿ ਰਾਜਾ ਜਨਕ ਬੇਦੇਹੀ ਗਿਣਿਆ ਗਿਆ, ਬੇਦੇਹੀ ਜਿਹੜਾ ਦੇਹ ਤੋਂ ਬਗੈਰ ਰਵੇ। ਔਰ ਸਾਧ ਸੰਗਤ ਉਹਨੂੰ ਇੱਕ ਵਾਰੀ ਕਿਸੇ ਨੇ ਪੁੱਛ ਲਿਆ ਕਿ ਤੁਸੀਂ ਦੇਹ ਵਿੱਚ ਤੇ ਹੈ, ਬੇਦੇਹੀ ਕਿਵੇਂ ਹੋਏ? ਉਹਦੇ ਵਜ਼ੀਰ ਨੇ ਪੁੱਛਿਆ ਬੇਦੇਹੀ ਕਿਵੇਂ ਹੋਏ? ਸਾਧ ਸੰਗਤ ਰਾਜਾ ਜਨਕ ਨੇ ਕਿਹਾ ਕਿ ਮੈਂ ਦੱਸਾਂਗਾ ਬੇਦੇਹੀ ਕਿਵੇਂ ਹੈ। ਔਰ ਗੁਰਮੁਖੋ ਅਗਲੇ ਦਿਨ ਰਾਜਾ ਜਨਕ ਨੇ ਕਿਹਾ ਸਾਰੇ ਸ਼ਹਿਰ ਚ ਟਰੋਰਾ ਪਿੱਟ ਦਿਓ, ਮਨਾਦੀ ਕਰ ਦਿਓ ਕਿ ਇਹ ਵਜ਼ੀਰ ਜਿਹੜਾ ਹੈ ਇਹਨੂੰ ਸ਼ਾਮ ਦੇ 5 ਵਜੇ ਫਾਂਸੀ ਤੇ ਲਟਕਾਇਆ ਜਾਏਗਾ। ਮਨਾਦੀ ਹੋ ਗਈ ਔਰ ਉਸ ਵਜ਼ੀਰ ਨੂੰ ਜਨਕ ਜੀ ਨੇ ਦੁਪਹਿਰ ਦੇ ਖਾਣੇ ਤੇ ਆਪਣੇ ਘਰ ਸੱਦਿਆ। ਦੁਪਹਿਰ ਦੇ ਖਾਣੇ ਤੇ ਆਪਣੇ ਘਰ ਸੱਦ ਲਿਆ ਔਰ ਸੰਤ ਜਨੋ 36 ਪ੍ਰਕਾਰ ਦੇ ਭੋਜਨ ਉਹਨੂੰ ਛਕਾਏ ਤੇ ਪੁੱਛਣ ਲੱਗੇ ਕਿ ਭਾਈ ਕਿਸ ਤਰ੍ਹਾਂ ਦਾ ਸਵਾਦ ਹੈ? ਤੇ ਉਹ ਘੜੀ ਪਿਆ ਵੇਖੇ, ਕਹਿਣ ਲੱਗੀ ਤੁਸੀਂ ਸਵਾਦ ਪੁੱਛਦੇ ਹੋ, ਮੈਨੂੰ ਤੇ ਫਾਂਸੀ ਦਾ ਤਖਤਾ ਸਾਹਮਣੇ ਦਿਸਦਾ ਸੀ, ਹੁਣ ਤੇ ਸਿਰਫ ਘੰਟਾ ਕੀ ਰਹਿ ਗਿਆ। ਉਹਨਾਂ ਕਿਹਾ ਹੱਦ ਹੋ ਗਈ, ਅਜੇ ਘੰਟੇ ਬਾਅਦ ਮਰਨਾ ਹੈ ਤੇ ਤੈਨੂੰ ਹੁਣ ਹੀ ਨਹੀਂ ਪਤਾ ਲੱਗਾ? ਜਨਕ ਜੀ ਨੇ ਕਿਸੇ ਵੀ ਸਬਜ਼ੀ ਵਿੱਚ ਲੂਣ ਨਹੀਂ ਸੀ ਪਵਾਇਆ, ਤੈਨੂੰ ਹੁਣ ਹੀ ਨਹੀਂ ਪਤਾ ਲੱਗਾ? ਔਰ ਫਿਰ ਉਹਨੂੰ ਆਖਣ ਲੱਗੇ ਕਿ ਮੌਤ ਤੈਨੂੰ ਦਿਸਦੀ ਕਰਕੇ ਤੂੰ ਬੇਦੇਹੀ ਹੋ ਗਿਆ, ਤੂੰ ਦੇਹ ਵਿੱਚ ਨਹੀਂ ਫਿਰ ਰਿਹਾ, ਕਿਉਂਕਿ ਤੈਨੂੰ ਮੌਤ ਦਿਸ ਰਹੀ ਸੀ, ਤੇਰਾ ਸਵਾਦ ਹੀ ਮਾਰਿਆ ਗਿਆ। ਤੇ ਸਾਧ ਸੰਗਤ ਉਹਨਾਂ ਕਿਹਾ ਉੱਠ, ਫਾਂਸੀ ਨਹੀਂ ਤੈਨੂੰ ਹੁਣੀ, ਤੇਰੇ ਪ੍ਰਸ਼ਨ ਦਾ ਉੱਤਰ ਹੈ। ਜਿਹਨੂੰ ਮੌਤ ਯਾਦ ਰਹੇ ਹਰ ਵੇਲੇ, ਇਸ ਭਾਂਡੇ ਦਾ ਕਿਆ ਪ੍ਰਵਾਸਾ ਇਤਨਾ, ਜਿਹਨੂੰ ਮੌਤ ਯਾਦ ਹੈ ਉਹ ਬੇਦੇਹੀ ਹੋ ਜਾਂਦਾ ਹੈ। ਉਹ ਫਿਰ ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਮਾਇਆ ਵਿੱਚ ਵੀ ਉਦਾਸ ਰਹਿੰਦਾ ਹੈ, ਮਾਇਆ ਨੂੰ ਛੱਡਦਾ ਨਹੀਂ ਹੈ, ਲੇਕਿਨ ਡਿਊਟੀ ਸਮਝ ਕੇ, ਗ੍ਰਸਤ ਨੂੰ ਛੱਡਣਾ ਨਹੀਂ, ਡਿਊਟੀ ਸਮਝ ਕੇ ਕਰਦਾ ਹੈ। ਔਰ ਸੰਤ ਜਨੋ ਸੋਚੀ ਪੈ ਗਏ ਜਨਕ ਜੀ ਕਿ ਤਨ ਦਿਆਂ, ਮਨ ਦਿਆਂ ਕਿ ਧਨ ਦਿਆਂ, ਤਿੰਨਾਂ ਚੋਂ ਕਿਹੜੀ ਚੀਜ਼ ਦਿਆਂ? ਫੈਸਲਾ ਨਹੀਂ ਕਰ ਸਕੇ ਤੇ ਗੁਰੂ ਜੀ ਨੂੰ ਕਹਿੰਦੇ ਨੇ ਕਿ ਮਹਾਰਾਜ ਮੈਨੂੰ ਆਪਣੀ ਪਤਨੀ ਨੂੰ ਪੁੱਛ ਲੈਂਦੇ, ਉਹ ਵੀ ਬੜੀ ਸਿਆਣੀ ਹੈ, ਵੀ ਤਿੰਨਾਂ ਚੋਂ ਇੱਕ ਚੀਜ਼ ਮੈਂ ਕਿਹੜੀ ਦਿਆਂ? ਔਰ ਸਾਧ ਸੰਗਤ ਜਦੋਂ ਪਤਨੀ ਕੋਲ ਮਹਿਲ ਵਿੱਚ ਗਏ, ਗੁਰੂ ਜੀ ਨੇ ਇਜਾਜ਼ਤ ਦਿੱਤੀ ਤੇ ਉਹ ਵੀ ਬਹੁਤ ਸਿਆਣੀ ਸੀ, ਅਕਸਰ ਸੀਤਾ ਮਾਤਾ ਦੀ ਮਾਂ ਸੀ। ਆਖਣ ਲੱਗੀ ਤਨ ਨਾ ਦੇਣਾ, ਕਿਉਂਕਿ ਗੁਰੂ ਜੀ ਨੇ ਤਨ ਦੀ ਕਿਸੇ ਸੇਵਾ ਤੇ ਲਾਤਾ, ਤੁਹਾਡੇ ਤੋਂ ਨਹੀਂ ਹੋਣੀ। ਧਨ ਵੀ ਨਾ ਦੇਣਾ, ਕਿਉਂਕਿ ਤੁਸੀਂ ਧਨ ਤੋਂ ਬਗੈਰ ਵੀ ਨਹੀਂ ਰਹਿ ਸਕੋਗੇ, ਤੁਹਾਨੂੰ ਇਹ ਸਾਰੀਆਂ ਸਹੂਲਤਾਂ ਨਹੀਂ ਮਿਲਣਗੀਆਂ। ਮਨ ਦੇ ਦਿਓ, ਬਹੁਤ ਸਿਆਣੀ ਸੀ। ਔਰ ਸੰਤ ਜਨੋ ਗੁਰੂ ਨੂੰ ਇਹ ਚਮੜੇ ਦਾ ਤਨ ਨਹੀਂ ਚਾਹੀਦਾ, ਗੁਰੂ ਨੇ ਧਨ ਨੂੰ ਕੀ ਕਰਨਾ? ਜਦ ਕੋਈ ਇੰਨਾ ਵੱਡਾ ਧਨ, ਨਾਮ ਧਨ, ਉਸਨੇ
ਇਹ ਖੋਟੇ ਸਿੱਕਿਆਂ ਨੂੰ ਕੀ ਕਰਨਾ ਹੈ। ਸਾਧ ਸੰਗਤ ਗੱਲ ਤੇ ਹੀ ਨਹੀਂ ਹੈ। ਮੈਂ ਪਿਛਲੇ ਹਫ਼ਤੇ ਇੱਥੇ ਇੱਕ ਪ੍ਰੋਜੈਕਟ ਹੈ ਹੈਲਥ ਬਾਰੇ, ਤੇ ਉਹਦੇ ਦਾਸ ਥੋੜੀ ਮਦਦ ਕਰਨ ਵਾਸਤੇ ਗਿਆ, ਔਰ ਜਿਹੜੇ ਉੱਥੇ ਪ੍ਰਬੰਧਕ ਸਾਨੂੰ ਆਖਣ ਲੱਗੇ ਇੰਜ ਜੇ ਆਪ ਜੀ ਇਹ ਸਾਰਾ ਸਿਰੇ ਚਾੜੋ ਸਾਡਾ ਕੰਮ, ਤੇ ਅਸੀਂ ਤੁਹਾਡਾ ਵੀ ਹਿੱਸਾ ਰੱਖਾਂਗੇ। ਉਹ ਮੈਂ ਕਿਹਾ ਭਰਾਵਾ ਮੈਂ ਕੀ ਕਰਨੇ ਨੇ ਪੈਸੇ, ਪੈਨਸ਼ਨ ਲੱਗੀ ਹੈ, ਨਾ ਅਸੀਂ ਜੂਆ ਖੇਡਣਾ, ਨਾ ਅਸੀਂ ਕਿਸੇ ਹੋਰ ਪਾਸੇ ਵੈਲ ਕਰਨਾ, ਮੈਨੂੰ ਅਸੀਂ ਪੈਸੇ ਕਰਨੇ, ਮੈਨੂੰ ਨਹੀਂ ਚਾਹੀਦੇ। ਸਾਧ ਸੰਗਤ ਤੁਹਾਨੂੰ ਤੇ ਉਦਾਂ ਪਿਆ ਸਾਰਿਆਂ ਨੂੰ ਚੰਗਾ ਲੱਗਦਾ, ਪਰ ਜ਼ਰੂਰਤ ਹੀ ਨਹੀਂ। ਇਸ ਦੇਸ਼ ਦੇ ਵਿੱਚ, ਇਹਨਾਂ ਦੇਸ਼ਾਂ ਦੇ ਵਿੱਚ ਮੈਡੀਕਲ ਫ੍ਰੀ, ਐਜੂਕੇਸ਼ਨ ਫ੍ਰੀ, ਤੇ ਕੀ ਕਰਨੇ ਪੈਸੇ। ਬੱਚੇ ਆਪੋ ਆਪਣੀ ਜਗ੍ਹਾ ਚਲੇ ਗਏ, ਤੁਸੀਂ ਇਸ ਉਮਰ 'ਚ ਕੀ ਕਰਨੇ। ਪਰਉਪਕਾਰ ਕਰੋ, ਦਾਨ ਪੁੰਨ ਕਰੋ। ਤਾਂ ਸਾਧ ਸੰਗਤ ਕਹਿਣ ਲੱਗਾ ਹਾਂ ਮੈਂ ਵੀ ਇਹ ਸੋਚਦਾ ਸੀ, ਮਨ ਹੀ ਦੇ ਦਿਓ। ਤੇ ਜਦੋਂ ਜਨਕ ਆਏ, ਘੋੜਾ ਤਿਆਰ ਸੀ, ਮਹਾਰਾਜ ਇੰਤਜ਼ਾਰ ਕਰ ਰਹੇ ਸਨ। ਹਾਂ ਭਾਈ ਫੈਸਲਾ ਕਰ ਲਈ, ਕਹਿੰਦਾ ਹਾਂ ਜੀ ਮਨ ਲੈ ਲਓ। मन बेचे सतगुर के पास, तिस सेवक के कारज रास, लिखिया गया। और संत जनों वो ज्यों घोड़े ते छाल मारन लगे, गुरु जी कहन लगे ठहर जा, मन मनु देता है, मेरा मन नहीं इस वे करता पिया पे घोड़े ते चढ़ा, थले उतर गया। और आखन लगे महाराज, कहने लगे मेरा मन करता है तू वस्त्र ला दे। गुरु का हुक्म मानदे ज्यों वस्त्र उतारन लगा, एक ऐसा आनंद, गुरु का वचन मनन का एक ऐसा आनंद, साध संगत हो जाए आनंद तखत ते बैठ के भी जनक नूं कदे महसूस नहीं सी होया। और एक छिन दे विच मालिक खालक दा बोध हो गया। साध संगत गुरु कहंदा की आ देख ये सारी दी सारी प्रकृति आ, उपर सूरज चंद तारे नहीं, की ये हरी हो सकता है। हरी जेड़ा कि आद सच जुगाद सच है। साध संगत जेड़ा देह दे विच होवे वो कदे भी आद सच जुगाद सच नहीं हो सकता, साकार कदे भी नहीं हो सकता, केवल निराकार हो सकता है। सर्वव्यापक, सर्वव्यापक किवें हो सकता है, जेड़ा शरीर दे विच होवे, जेदा वजूद होवे, भावें पत्थर हो, भावें फुल होवे, कुछ होवे, सर्वव्यापक नहीं हो सकता। सर्वव्यापक तो सिर्फ निराकार ही हो सकता है। आज सच जुगाद सच है भी सच, नानक होसी भी जज नहीं हो सकता। और गुरु जी ने दसिया कि सूरज चंद सितारे ये तो नहीं ना, क्योंकि बदलाव है, बदलते ने, हर वेले नाल नहीं होंगे। नाल नारायण मेरे जब दूत ना आवे नेड़े, उन्हां चों नहीं आउंदे। फिर थले धरती अग ते पानी, जमीन है अग्नि है, जिन्ने पेड़ ने अग्नि है, जल है, ये भी नहीं हो सकते। हरी ते वो है जिहड़ा हर वेले, हरी वो है जिहड़ा हर वेले नाल है। नाल नारायण मेरे जमदूत ना आवे नेड़े, नाल है जिहड़ा। इस वास्ते महाराज का वेख हवा चल रही है, वायु है, आकाश है, जीव है, कि
नहीं। फिर सूरज चंद तारियां नूं कढदे बाहर, धरती अग्नि जल नूं कढदे बाहर, छड्डदे एक पासे करदे, वायु जीव आकाश एक पासे करदे, ते जो बाकी आ यही बकाई, यही खुदाई, यही ईश्वरी, यही हरिया, यही तेरे अंग संग है। साध संगत बोध हो गया। ओहो, मैं तो समझदा सां बहुत दूर, इनू जानन लई सदियां लग जांदियां, नहीं अखियां दे सामने नू लभना ते टोलना है। ये खोज योजना नहीं, तोहीन योजना, तोहीन है जिहड़ा है ही नाल मेरे। संत जनो नाल हवंदा, लैला सकंदा, स्वाओ ना जाने मूड़ा, है नाल पर ये क्यों नहीं लै सकता, क्योंकि स्वाओ ना जाने मूड़ा मूर्ख। स्वाओ केवल है कि संत लभ, किसी महापुरुष की खोज कर, स्वाओ करना सी, वो तू कीता नहीं। तू वेदां शास्त्रां दी खोजां करी जाना, तू भ्रमण करी जाना, मैं उत्थे जावांगा उत्थे जावांगे, उस पीर नूं उस पीर नूं। जेड़ा काम करना सी मित्रा तू कीता नहीं। स्वाओ ना जाने मूड़ा, माया मद माता होछी बाता, मिलन न जाई परमंदड़ा, परमदा पिया 84 लख परमते परमते परमदा पिया। मानस जन्म अब पायो, नानक नाम संभार तू तेरा 100 दिन नेड़े। इसलिए मित्रा अपना इलाज कर लै, अपनी अज्ञानता का इलाज कर लै। ना कीता फिर जम जम मरे मरे फुन जमे, बहुत सजाए पिया देश लम्मे, कादर करीम ना जातो करता, तिल पीड़े ज्यों कहानियां। जिवें तिल पीड़े जाते ने कोलू दे विच, मित्रा ये हाल होई गई। इसलिए गुरमुखो संत जनो, राजा जनक ने एक छिन दे विच इस मालक खालक की प्राप्ति कर ली, धन धन हो गया। और फिर धरती ते बैठे हुए सब संतां महापुरुषों ने जय जयकार की, और फिर उहदे बारे गया, धन धन राजा जनक है, जिन सिमरन कियो विवेक, एक घड़ी के सिमरने पापी तरे ने। और कथा ये कहती है कि जदों वो स्वर्ग लोक में जान लगे, उन्होंने गंधर्व ते देवते लैके चले, ते रस्ते विच नरक सी, लोकी चीख रहे सन, घबरा रहे सन, रो रहे सन। राजा जनक ने कहा, महाराज इन्हों भी पार उतारा कर दो, इन्हों खुशियां दे दो, सुख दे दो। कहने लगे ठीक है, तू अपना नाम जिहड़ा है तकड़ी च पा दे, ते इन्हां दे पाप दूजी तकड़ी च पा दिन्ने आ, जे तेरा नाम दा पलड़ा पारा हो गया तो हो जाएंगे। और कथा ये कहती है, एक घड़ी के सिमरने, एक घड़ी का सिमरन तकड़ी दे विच पाया ते उन्हां दा पलड़ा पारा हो गया। मैनूं ओहदा ते पता नहीं जे, लेकिन ऐसे दुनिया दे विच असीं देखदे आ, आप जैसे भगत, आप जैसे संत, आप जैसे गृहस्थी संत जदों किसी भी पापी नूं मिलते ने, संत जनों उस नूं ही अपने नाल जोड़ लैंदे ने, अपने प्यार दे नाल, अपनी शरधा दे नाल, अपनी भगती दे नाल, अपने कर्म दे नाल, आचरण दे नाल, उसका भी निश्चय ही पार उतारा हो जाता है। ये गल पक्की। बाकी कहानियां पंडितां दियां बनियां, लेकिन ये गल पक्की है कि आप मुक्त मुक्त करे संसार, नानक तिस जन को सदा निमिषकार। राजा जनक दी एक कहानी कथा
ਇਹ ਅੱਜ ਵੀ ਸਾਨੂੰ ਪੂਰਨੇ ਪਾ ਕੇ ਦੱਸਦੀ ਹੈ ਕਿ ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬਰਮੇ ਨਾਰਦੇ ਭੇਦ ਬਿਆਸੇ ਕੋਈ। ਵੇਦਾਂ ਨੂੰ ਪੁੱਛ ਲਓ, ਵਿਆਸ ਰਿਸ਼ੀ ਨੂੰ ਪੁੱਛ ਲਓ, ਸੁਖਦੇਵ ਰਿਸ਼ੀ ਨੂੰ ਪੁੱਛ ਲਓ, ਕਿਸੇ ਨੂੰ ਵੀ। ਔਰ ਉਹਨਾਂ ਦੀਆਂ ਜੀਵਨੀਆਂ, ਉਹ ਤੇ ਹੁਣ ਆਪਣੇ ਕੋਲ ਹੈ ਨਹੀਂ, ਲੇਕਿਨ ਉਹਨਾਂ ਦੀਆਂ ਜੀਵਨੀਆਂ ਨੇ, ਉਹ ਕਿਤਾਬਾਂ ਤੋਂ ਪੁੱਛ ਲਓ, ਉਹਦੇ 'ਚ ਲਿਖਿਆ ਪਿਆ ਕਿ ਜਦ ਤੱਕ ਜ਼ਿੰਦਗੀ ਵਿੱਚ ਪੂਰਨ ਸੰਤ, ਪੂਰਨ ਮਹਾਤਮਾ ਨਹੀਂ ਮਿਲਦਾ, ਤਦ ਤੱਕ ਰਾਜਾ ਜਨਕ ਵਰਗਾ ਧਰਮੀ ਬੰਦਾ ਕਿਉਂ ਨਾ ਹੋਵੇ, ਉਹ ਅੰਦਰੋਂ ਖਾਲੀ ਰਹਿ ਜਾਏਗਾ, ਭਰਪੂਰ ਨਹੀਂ ਹੋ ਸਕਦਾ। ਭਰਪੂਰ ਉਦੋਂ ਹੀ ਹੋਏਗਾ ਜਦੋਂ ਭਰਪੂਰ ਨੂੰ ਦੇਖ ਲਏਗਾ, ਭਰਪੂਰ ਨੂੰ ਸਮਝ ਲਏਗਾ, ਭਰਪੂਰ ਨੂੰ ਜਾਣ ਲਏਗਾ। ਸੋ ਸਾਧ ਸੰਗਤ, ਦਾਸ ਆਪ ਸਭ ਵਾਸਤੇ ਇਹ ਅਰਦਾਸ ਕਰਦਾ ਹੈ ਕਿ ਮਾਲਕ ਖਾਲਕ ਆਪ ਜੀ ਦੇ ਸਿਰ ਤੇ ਹੱਥ ਰੱਖਣ, ਇੰਨਾ ਵਿਸ਼ਵਾਸ ਦੇਣ, ਮਨਾਂ ਵਿੱਚ ਸ਼ਰਧਾ ਪੈਦਾ ਹੋਏ ਕਿ ਕੋਈ ਜਨ ਹਰ ਸਿਉ ਦੇਵੇ ਜੋੜ, ਚਰਨ ਗਹੂੰ ਬਕੂ ਸ਼ੁਭ ਰਸਨਾ, ਦੀਜੋ ਪ੍ਰਾਣ ਹਕੋ। ਕੋਈ ਮੈਨੂੰ ਐਸਾ ਸਾਧੂ ਮਿਲ ਜਾਏ, ਜੇ ਅਜੇ ਤੱਕ ਮੇਰੇ ਜੀਵਨ ਵਿੱਚ ਬ੍ਰਹਮ ਬੋਧ ਨਹੀਂ ਹੋਇਆ, ਤੇ ਮਾਲਕਾ ਮੈਂ ਉਹਨੂੰ ਜ਼ਰੂਰ ਪੁੱਛਾਂ, ਚਰਨੀ ਲੱਗ ਜਾ ਤੇ ਉਹਦੇ ਪਾਸੋਂ ਇੱਕ ਬ੍ਰਹਮ ਗਿਆਨ ਪ੍ਰਾਪਤ ਕਰਾਂ। ਦਾਸ ਪਾਸੋਂ ਗਲਤੀ ਭੁੱਲ ਚੁੱਕ ਹੋ ਗਈ ਹੋਏ, क्षमा ਚਾਹੁੰਦਾ ਹਾਂ। ਸਾਰੇ ਪਿਆਰ ਨਾਲ ਆਖੋ ਜੀ, ਜੈ ਗੁਰਦੇਵ, ਧੰਨ ਗੁਰਦੇਵ ਜੀ, ਜੈ ਸੰਤਾਂ ਦੀ।